हाँ प्यारे बच्चों, आप ऑबजैक्टिव टाइप क्वेश्चन करते हैं। ये पेपਰਾਂ ਲਈ बड़े इंपॉर्टेंट ने, पेपਰਾਂ ਵਿੱਚ ਤੁਹਾਨੂੰ ਆਉਂਦੇ ਆ। ਇਸ ਲਈ ਜੇ ਤੁਹਾਡੇ ਸਾਰੇ ਠੀਕ ਹੁੰਦੇ ਤਾਂ ਤੁਹਾਡੇ ਨੰਬਰਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਹੈ। ਇਹ ਤੁਹਾਡੇ ਲੈਸਨ ਨਾਲ ਹੀ ਸੰਬੰਧਿਤ ਨੇ। ਜਿਵੇਂ ਪਹਿਲਾ ਲੈਸਨ ਹੈ ਉਸ ਦੇ ਵਿੱਚ ਹੈ ਕੁਐਸਚਨ, ਪਹਿਲਾ ਹੈ ਦ ਡ੍ਰੌਪਸ ਵਰ ਕਮਿੰਗ ਫਰੋਮ ਦਾ, ਇਹ ਤੁਸੀਂ ਭਰਨਾ ਆਈਜ਼ ਆਫ ਦਾ ਹੈਪੀ ਪ੍ਰਿੰਸ। ਕਿੱਥੋਂ ਆ ਰਹੇ ਸੀ ਜਿਹੜੇ ਡ੍ਰੌਪਸ ਸੀ, ਇਹ ਆਂਸੂ ਸੀ, ਉਹ ਕਿੱਥੋਂ ਆ ਰਹੇ ਸੀਗੇ, ਜਿਹੜੇ ਪਾਣੀ ਦੀਆਂ ਬੂੰਦਾਂ ਸੀ, ਡ੍ਰੌਪਸ ਹੁੰਦੀਆਂ, ਕਿੱਥੋਂ ਆ ਰਹੀ ਸੀ, ਉਹਦੀ ਆਈਜ਼ ਦੇ ਵਿੱਚੋਂ। ਨੈਕਸਟ ਹੈ ਦ ਸਨ ਆਫ ਸੀਮਟਰਸ ਵਾਜ਼ ਕਰਾਈਂਗ ਬਿਕੋਜ਼ ਹੀ ਵਾਂਟਡ ਟੂ ਗੋ ਟੂ ਇਜਿਪਟ। ਦ ਸਨ ਆਫ ਸੀਮਟਰਸ, ਜਿਹੜੀ ਉਹ ਸੀਰੀ ਸੀ, ਉਹਦਾ ਜਿਹੜਾ ਬੇਟਾ ਸੀ, ਉਹਦਾ ਆਪਾਂ ਲੈਸਨ ਪੜ੍ਹਦੇ ਹਾਂ ਬੇਟਾ, ਅਤੇ ਉਹ ਕਿਉਂ ਰੋ ਰਿਹਾ ਸੀ? ਕਿਉਂਕਿ ਉਹਦੇ 'ਚ ਹੰਗਰੀ ਹੁੰਦਾ, ਭੁੱਖਾ ਹੁੰਦਾ, ਉਹਨੂੰ ਬੁਖਾਰ ਹੁੰਦਾ, ਫੀਵਰ ਹੁੰਦਾ ਹੈ, ਅਤੇ ਉਹਨੂੰ ਹੈ ਨਾ ਔਰੇਂਜਿਸ ਚਾਹੀਦੇ ਹੁੰਦੇ ਆ, ਬੱਚੇ ਨੂੰ ਔਰੇਂਜ ਮੰਗ ਰਿਹਾ ਹੁੰਦਾ ਗਾ। ਤਾਂ ਇਜਿਪਟ ਵਾਸਤੇ ਨਹੀਂ, ਉਹ ਤਾਂ ਇਹਦੇ ਵਿੱਚ ਆਪਾਂ ਦੇਖਦੇ ਸੀ ਸਵੈਲੋ ਜਿਹੜਾ ਪੰਛੀ ਹੁੰਦਾ ਉਹ ਜਾਣਾ ਚਾਹੁੰਦਾ ਇਜਿਪਟ। ਇਸ ਕਰਕੇ ਜੋ ਇਹ ਸਨ ਲਿਖਿਆ ਨੇ ਇਹ ਗਲਤ ਹੈ, ਫਾਲਸ ਹੈ, ਦੂਜੀ ਸਟੇਟਮੈਂਟ ਹੈ ਜਿਹੜੀ। ਅਗਲਾ ਹੈਗਾ ਦ ਪੂਅਰ ਸੀਮਟਰਸ ਵਾਜ਼ ਗਿਵਨ, ਜਿਹੜੀ ਉਹ ਸੀਰੀ ਸੀਗੀ ਗਰੀਬ, ਤਾਂ ਉਹਨੂੰ ਕੀ ਦਿੱਤਾ ਗਿਆ? ਰੂਬੀ ਬਾਏ ਦਾ ਸਵੈਲੋ। ਸਵੈਲੋ ਜੋ ਚਿੜੀ ਵਰਗਾ ਅਬਾਬੀਲ ਜਾਨਵਰ ਸੀ, ਜੋ ਇਸ ਵਿੱਚ ਮੇਨ ਭੂਮਿਕਾ ਨਿਭਾਉਂਦਾ, ਜੋ ਗਰੀਬਾਂ ਦੀ ਹੈਲਪ ਕਰਕੇ ਆਉਂਦਾ ਹੈਪੀ ਪ੍ਰਿੰਸ ਨਾਲ ਰਲ ਕੇ, ਤਾਂ ਉਹ ਇਹ ਇਜਿਪਟ ਜਾਣਾ ਚਾਹੁੰਦਾ ਸੀ ਸਵੈਲੋ। ਇਹ ਸਹੀ ਹੈ, ਜੇ ਇਹ ਸਹੀ ਹੁੰਦਾ ਤਾਂ ਇਹਦੇ 'ਚ ਹੋਊਗਾ ਰੂਬੀ। ਉਹਨੂੰ ਰੂਬੀ ਦੇ ਕੇ ਆਇਆ ਸੀ। ਰੂਬੀ ਇੱਕ ਮਨੀ ਹੁੰਦਾ ਹੈਗਾ, ਤਾਂ ਕੀਮਤੀ ਪੱਥਰ ਕਹਿ ਸਕਦੇ ਹਾਂ ਆਪਾਂ, ਉਹ ਦੇ ਕੇ ਆਇਆ ਸੀ ਉਸ ਸੀਮਟਰੈਸ ਨੂੰ, ਗਰੀਬ ਜਿਹੜੀ ਸੀਮਟਰੈਸ ਸੀ। ਹੂ ਆਰਡਰ ਟੂ ਪੁੱਲ ਡਾਊਨ ਦਾ ਸਟੈਚੂ ਆਫ ਹੈਪੀ ਪ੍ਰਿੰਸ, ਕਿਹਨੇ ਪੁੱਲ ਡਾਊਨ ਖਿੱਚਣ ਦਾ ਹੁਕਮ ਦਿੱਤਾ? ਮੇਅਰ ਨੇ। ਕਿਹਨੇ? ਹੂ ਆਰਡਰ, ਕਿਹਨੇ ਦਿੱਤਾ ਸੀ ਆਰਡਰ ਟੂ ਪੁੱਲ ਡਾਊਨ? ਜਿਹੜਾ ਸਟੈਚੂ ਸੀ ਵੀ ਇਹਨੂੰ ਡੇਗ ਦਿਓ, ਵੀ ਹੁਣ ਇਹ ਭੱਦਾ ਹੋ ਗਿਆ, ਇਹਦੇ ਵਿੱਚ ਨਾ ਕੋਈ ਸਫਾਇਰ ਹੈ, ਨਾ ਕੋਈ ਰੂਬੀ ਹੈ, ਨਾ ਕੁਛ ਹੋਰ ਹੈ, ਕਿਉਂਕਿ ਉਹਨੇ ਤਾਂ ਗਰੀਬਾਂ 'ਚ ਵੰਡਤਾ ਸੀ ਸਾਰਾ। ਤਾਂ ਉਹ ਕਿਹਨੇ ਹੁਕਮ ਦਿੱਤਾ ਸੀ? ਮੇਅਰ ਨੇ। ਦ ਸਟੈਚੂ ਆਫ ਹੈਪੀ ਪ੍ਰਿੰਸ ਵਾਜ਼ ਡੈਕੋਰੇਟਡ ਵਿਦ ਡਾਇਮੰਡਸ, ਕੀ ਇਹ ਸਹੀ ਹੈ? ਦ ਸਟੈਚੂ ਆਫ ਹੈਪੀ ਪ੍ਰਿੰਸ ਵਾਜ਼ ਡੈਕੋਰੇਟਡ ਵਿਦ ਡਾਇਮੰਡਸ, ਡਾਇਮੰਡਸ ਨਾਲ, ਹੀਰਿਆਂ ਨਾਲ ਜੜਿਆ ਹੋਇਆ ਸੀਗਾ, ਦੇ ਜਵੈਲਸ ਵਗੈਰਾ ਜੜੇ ਹੋਏ ਸੀ। ਤਾਂ ਕੀ ਲਿਖਿਆ ਹੋਇਆ ਹੈ? ਉਹ ਡੈਕੋਰੇਟਡ ਵਿਦ ਗੋਲਡ, ਤਾਂ ਸਹੀ ਹੈਗਾ ਡੈਕੋਰੇਟਡ ਵਿਦ ਗੋਲਡ, ਪਰ ਇਹਨੇ ਡਾਇਮੰਡਸ ਲਿਖਿਆ, ਇਸ ਲਈ ਕੀ ਹੈ? ਫਾਲਸ ਹੈ, ਫਾਲਸ ਲਿਖਿਆ, ਗਲਤ ਹੈ। ਅੱਗੇ 6ਵਾਂ ਚੱਲਦੇ ਹਾਂ। ਹੂ ਵਾਜ਼ ਸੈਂਟ ਟੂ ਬ੍ਰਿੰਗ ਦ ਟੂ ਮੋਸਟ ਪ੍ਰੀਸ਼ੀਅਸ ਥਿੰਗਸ। ਪ੍ਰੀਸ਼ੀਅਸ ਕੀ ਹੁੰਦੀਆਂ ਨੇ? ਕੀਮਤੀ, ਕੀਮਤੀ ਜਿਹੜੀਆਂ ਚੀਜ਼ਾਂ ਨੇ, ਪ੍ਰੀਸ਼ੀਅਸ ਕੀਮਤੀ ਥਿੰਗਸ, ਫਰੋਮ ਦਾ ਸਿਟੀ। ਹੂ ਵਾਜ਼ ਸੈਂਟ, ਕਿਹਨੂੰ ਭੇਜਿਆ ਗਿਆ? ਹੂ ਪਹਿਲਾਂ ਇਹਨੂੰ ਸਮਝੋ, ਹੂ ਵਾਜ਼ ਸੈਂਟ। ਜੇ ਆਪਾਂ ਦੇਖੀਏ ਹੂ ਵਾਜ਼ ਸੈਂਟ ਟੂ ਬ੍ਰਿੰਗ, ਲਿਆਉਣ ਵਾਸਤੇ, ਦੋ ਮੋਸਟ ਕੀ ਹੈਗਾ? ਪ੍ਰੀਸ਼ੀਅਸ ਥਿੰਗਸ, ਕੀਮਤੀ ਚੀਜ਼ਾਂ। ਕਿਹਨੂੰ ਭੇਜਿਆ ਗਿਆ ਸੀ? ਪਰਮਾਤਮਾ ਨੇ ਏਂਜਲ ਨੂੰ। ਕਿਹਨੂੰ ਭੇਜਿਆ ਗਿਆ ਸੀ? ਏਂਜਲ, ਦੇਵਤਾ ਨੂੰ ਭੇਜਿਆ ਗਿਆ ਸੀ। ਪਹਿਲਾਂ ਆਪਾਂ ਕੁਐਸਚਨ ਨੂੰ ਚੰਗੀ ਤਰ੍ਹਾਂ ਪੜ੍ਹਨਾ, ਫਿਰ ਉਹਦਾ ਆਨਸਰ ਦੇਣਾ ਹੁੰਦਾ ਹੈ। ਉਸ ਤੋਂ ਬਾਅਦ ਬੇਟਾ ਆਪਾਂ ਅੱਗੇ ਚੱਲੇ 7th, ਦ ਮੈਨ ਇਜ਼ ਦ ਗੈਰਟ ਵਾਜ਼ ਰਾਈਟਿੰਗ ਅ ਡੈਸ਼ ਇਨ ਦਾ ਗੈਰਟ। ਆਪਦੇ ਗੈਰਟ ਵਿੱਚ ਬੈਠਾ ਜਿਹੜਾ ਬੰਦਾ ਸੀ ਉਹ ਕੀ ਲਿਖ ਰਿਹਾ ਸੀ? ਪਲੇ, ਨਾਟਕ ਲਿਖ ਰਿਹਾ ਸੀ। ਹੁਣ ਸਮਝ ਗਏ ਤੁਸੀਂ ਇਹਦੇ ਲੈਸਨ ਦੇ ਵਿੱਚ। ਹੁਣ ਆਪਾਂ ਅੱਗੇ ਚੱਲਦੇ ਹਾਂ। ਵੇਅਰ ਇਜ਼ ਦਾ ਸਾਇੰਸ ਟੇਕਿੰਗ ਅਸ, ਸਾਨੂੰ ਸਾਡੀ ਸਾਇੰਸ ਕਿੱਥੇ ਲੈ ਕੇ ਜਾ ਰਹੀ ਹੈ? ਹੁਣ ਇਹਦਾ ਹੈਗਾ, ਆਪਾਂ 8ਵਾਂ ਪੜ੍ਹਦੇ ਹਾਂ। ਮੋਡਰਨ ਡਰੱਗਸ ਹੈਵ ਡੀਕਰੀਜ਼ਡ, ਡੀਕਰੀਜ਼ ਕੀ ਹੁੰਦਾ ਹੈਗਾ? ਘਟਣਾ। ਡੀਕਰੀਜ਼ ਕੀ ਹੁੰਦਾ? ਘਟਣਾ। ਦ ਐਵਰੇਜ ਆਫ ਸਪੇਨ ਆਫ ਲਾਈਫ ਆਫ ਹਿਊਮਨ ਬੀਂਗਸ, ਕਹਿੰਦੇ ਮੋਡਰਨ ਜਿਹੜੇ ਡਰੱਗਸ ਨੇ ਹੈਵ ਡੀਕਰੀਜ਼ਡ, ਜਿਹੜੀਆਂ ਅੱਜ ਕੱਲ੍ਹ ਦੀਆਂ ਦਵਾਈਆਂ ਨੇ, ਦ ਐਵਰੇਜ ਸਪੇਨ ਆਫ ਲਾਈਫ ਆਫ ਹਿਊਮਨ ਬੀਂਗਸ, ਕੀ ਇਹਨੇ ਜਿਹੜੀ ਜ਼ਿੰਦਗੀ ਦੀ ਜਿਹੜੀ ਐਵਰੇਜ ਹੈ ਸਾਡੀ, ਉਹ ਘੱਟ ਕਰ ਦਿੱਤੀ? ਫਾਲਸ, ਡੀਕਰੀਜ਼। ਮਸ਼ੀਨਸ ਹੈਵ ਗਿਵ ਅਸ ਮੋਰ ਐਂਡ ਮੋਰ ਆਵਰਸ ਆਫ ਲੈਸ਼ਰ, ਸਾਨੂੰ ਕੀ ਦਿੱਤੀ? ਉਹਨੇ ਵੇਲ ਦਿੱਤੀ। ਜਾਂ ਤਾਂ ਤੁਸੀਂ ਜਦੋਂ ਲੈਸਨ ਪੜ੍ਹੋਗੇ ਨਾ, ਲੈਸਨ ਦੇ ਵਿੱਚ ਬੇਟੇ ਲਾਈਨਾਂ ਲਿਖੀਆਂ ਹੋਈਆਂ, ਤੁਸੀਂ ਧਿਆਨ ਨਾਲ ਵੇਖਣੀਆਂ ਨੇ, ਤਾਂ ਉਹਦੇ ਵਿੱਚੋਂ ਇਹਦਾ ਆਨਸਰ ਲੱਭ ਜਾਂਦਾ ਹੈਗਾ। ਅੱਗੇ ਹੈ ਨੇਮ ਟੂ ਮਟੀਰੀਅਲ ਥਿੰਗਸ ਮੈਂਸ਼ਨਡ ਇਨ ਦਾ ਲੈਸਨ। ਕੋਈ ਵੀ ਨੋਨ ਮਟੀਰੀਅਲ ਥਿੰਗਸ ਨੇ ਜਿਹੜੀਆਂ ਅੱਜ ਕੱਲ੍ਹ ਸਾਨੂੰ ਲੋੜ ਹੈ, ਜਿਨ੍ਹਾਂ ਦੀ ਨੋਨ ਮਟੀਰੀਅਲ ਥਿੰਗਸ ਕਿਹੜੀਆਂ ਨੇ? ਉਹ ਨੋਨ ਮਟੀਰੀਅਲ ਥਿੰਗਸ ਤਾਂ ਇਹ ਹੋ ਗਈਆਂ ਜਿਹੜੀਆਂ ਭੌਤਿਕਵਾਦੀ ਨਹੀਂ ਹੈਗੀਆਂ, ਪਦਾਰਥਵਾਦੀ ਨਹੀਂ ਹੈਗੀਆਂ ਜਿਹੜੀਆਂ। ਉਹਨੇ ਮਰਸੀ, ਚੈਰਿਟੀ, ਓਨੈਸਟੀ, ਹੈ ਨਾ, ਇਹ ਖਤਮ ਹੋਈਆਂ ਜਾਂਦੀਆਂ। ਟੋਲਰੈਂਸ, ਸੰਸਾਰ ਨੂੰ ਜਿਨ੍ਹਾਂ ਚੀਜ਼ਾਂ ਦੀ ਲੋੜ ਹੈ ਵੱਧ,
ਦਇਆ ਦੀ, ਦਾਨ ਦੀ, ਟੋਲਰੈਂਸ ਦੀ ਅੱਜ ਕੱਲ੍ਹ ਇਹਦੀ ਲੋੜ ਹੈ ਜਿਹੜੀ ਨੋਨ ਮਟੀਰੀਅਲ ਥਿੰਗਸ ਦੀ। ਸਾਇੰਸ ਨੇ ਸਾਨੂੰ ਇਹ ਚੀਜ਼ਾਂ ਨਹੀਂ ਦਿੱਤੀਆਂ। ਤਾਂ ਅੱਗੇ ਹੈਗਾ ਅਕੋਰਡਿੰਗ ਟੂ ਦਾ ਰਾਈਟਰ। 11ਵਾਂ ਪੜ੍ਹ ਰਹੇ ਹਾਂ ਹੁਣ ਆਪਾਂ। ਅਕੋਰਡਿੰਗ ਟੂ ਦਾ ਰਾਈਟਰ ਸਾਇੰਸ ਇਜ਼ ਡੂਇੰਗ ਲੈਸ ਦੈਨ ਨਥਿੰਗ ਫਾਰ ਮਟੀਰੀਅਲ ਥਿੰਗਸ। ਅਕੋਰਡਿੰਗ ਟੂ ਦਾ ਰਾਈਟਰ ਦੇ ਅਕੋਰਡਿੰਗ ਹੈ ਜਿਹੜਾ ਸਾਇੰਸ ਇਜ਼ ਡੂਇੰਗ ਵੀ ਕੀ ਕਰੇ ਲੈਸ ਦੈਨ ਨਥਿੰਗ ਫਾਰ ਮਟੀਰੀਅਲ ਥਿੰਗਸ। ਇੱਥੇ ਇਹਨਾਂ ਨੇ ਮਟੀਰੀਅਲ ਥਿੰਗਸ ਲਿਖਤਾ। ਜੇ ਇੱਥੇ ਨੋਨ ਮਟੀਰੀਅਲ ਥਿੰਗਸ ਹੁੰਦਾ ਫਿਰ ਆਪਣਾ ਸਹੀ ਸੀ। ਕਹਿੰਦੇ ਕੁਛ ਵੀ ਨਹੀਂ ਕੀਤਾ ਮਟੀਰੀਅਲ ਥਿੰਗਸ, ਇਹ ਗਲਤ ਹੋ ਗਿਆ ਹੈ ਵੀ ਮਟੀਰੀਅਲ ਥਿੰਗਸ ਸਾਨੂੰ ਬਹੁਤ ਦਿੱਤੀਆਂ ਨੇ ਚੀਜ਼ਾਂ। ਮਸ਼ੀਨਾਂ ਕਿੰਨੀਆਂ ਦਿੱਤੀਆਂ, ਮਟੀਰੀਅਲ ਥਿੰਗਸ 'ਚ ਆਉਂਦੀਆਂ ਨੇ। ਜਿੰਨੀਆਂ ਮਸ਼ੀਨਾਂ ਆਉਂਦੀਆਂ ਨੇ ਇਹ ਤਾਂ ਸਾਨੂੰ ਬਹੁਤ ਕੁਛ ਦਿੱਤਾ ਹੈਗਾ। ਇਹ ਆਪਾਂ ਕਹਿ ਨਹੀਂ ਨਾ ਸਕਦੇ ਸਾਇੰਸ ਨੇ ਸਾਨੂੰ ਬਹੁਤ ਮਸ਼ੀਨਾਂ ਦਿੱਤੀਆਂ ਨੇ, ਇਹ ਕਹਿੰਦੇ ਕੁਛ ਨਹੀਂ ਕੀਤਾ ਆਪਾਂ ਨੂੰ। ਸਾਇੰਸ ਨੇ ਕੀ ਨਹੀਂ ਦਿੱਤਾ, ਨੋਨ ਮਟੀਰੀਅਲ ਜਿਹੜੇ ਥਿੰਗਸ ਨੇ ਉਹਦੇ 'ਚ ਨਹੀਂ ਸਾਇੰਸ ਨੇ ਕੁਛ ਦਿੱਤਾ ਜਿਹੜੀ ਕਿ ਸਾਡੇ ਅੱਜ ਕੱਲ੍ਹ ਸਾਡੇ ਸੰਸਾਰ ਨੂੰ ਉਹਦੀ ਜ਼ਰੂਰਤ ਹੈ। ਵਿਚ ਏਜ ਗਰੁੱਪ ਇਜ਼ ਓਵਰ ਕਰਾਊਡਡ ਟੂਡੇ। ਕਿਹੜਾ ਜਿਹੜਾ ਗਰੁੱਪ ਹੈ, ਏਜ ਗਰੁੱਪ ਹੈ, ਓਵਰ ਕਰਾਊਡਡ ਹੋ ਗਿਆ ਅੱਜ ਕੱਲ੍ਹ। ਅਪਰ ਏਜ ਗਰੁੱਪ ਜਿਹੜੀ ਵੱਡੀ ਉਮਰ ਦੇ ਲੋਕ ਨੇ ਉਹ ਵੱਧ ਹੋ ਗਏ। ਸਾਇੰਸ ਹੈਜ਼ ਹੈਲਪਡ ਮੈਨ ਟੂ ਲਿਵ ਲੋਂਗਰ। ਜਿਹੜੀ ਸਾਇੰਸ ਨੇ ਸਾਨੂੰ ਕੀ ਕਰਤਾ, ਲੰਬੀ ਜ਼ਿੰਦਗੀ ਦਿੱਤੀ, ਦਵਾਈਆਂ ਦਿੱਤੀਆਂ। ਅੱਗੇ ਲੋਕ ਬਿਮਾਰੀਆਂ ਨਾਲ ਕਿੰਨੇ ਲੋਕ ਮਰ ਜਾਂਦੇ ਹੁੰਦੇ, ਕਿੰਨੇ ਬੱਚੇ ਹੁੰਦੇ ਤਾਂ ਉਹ ਬਿਮਾਰੀ ਨਾਲ ਮਰ ਜਾਂਦੇ ਹੁੰਦੇ। ਬਟ ਜਿਹੜੀ ਸਾਇੰਸ ਹੈ ਉਹਨੇ ਸਾਨੂੰ ਕੀ ਦਿੱਤੀਆਂ, ਮੈਡੀਸਨਸ ਦਿੱਤੀਆਂ ਜਿਹਦੇ ਨਾਲ ਆਪਣੀ ਜਿਹੜੀ ਜ਼ਿੰਦਗੀ ਉਹ ਵੱਡੀ ਹੋ ਗਈ, ਲਾਈਫ ਸਾਡੀ ਬਚਦੀ ਹੈ। ਹੁਣ ਅਸੀਂ ਬਾਹਲੀਆਂ ਬਿਮਾਰੀਆਂ ਨਾਲ ਮਤਲਬ ਇਹਦੇ ਵਿੱਚ ਇਹ ਹੈ ਵੀ ਉਹਦਾ ਇਲਾਜ ਲੱਭ ਲੈਂਦੀ ਸਾਇੰਸ ਹੈ ਜਿਹੜੀ। ਅਤੇ ਅੱਗੇ ਆਪਾਂ ਚੱਲਦੇ ਹਾਂ ਸੀਕ੍ਰੇਟ ਆਫ ਹੈਪੀਨੈਸ। ਵਿਚ ਇਸਟੇਸ਼ਨ ਵਾਜ਼ ਯੂਜ਼ਡ ਬਾਈ ਪ੍ਰੋਫੈਸਰ ਆਫ ਸਾਈਕੋਲੋਜੀ। ਸਾਈਕੋਲੋਜੀ ਦੇ ਜਿਹੜੇ ਸੀਗੇ ਮਨੋਵਿਗਿਆਨ ਦੇ, ਉਹਨਾਂ ਨੇ ਕਿਹੜੀ ਉਦਾਹਰਨ ਦਿੱਤੀ, ਕੀ ਦਿੱਤੀ, ਬਰਨਿੰਗ ਗਲਾਸ ਦੀ। ਬਰਨਿੰਗ ਗਲਾਸ ਦੀ ਕੀ ਹੁੰਦਾ ਹੈਗਾ, ਇਹਦੇ ਵਿੱਚ ਦੇਖਿਆ ਵੀ ਜਦੋਂ ਅਸੀਂ ਕਿਰਨਾਂ ਨੇ ਜਿਹੜੀਆਂ ਉਹ ਇੱਕ ਥਾਂ ਪੈਂਦੀਆਂ ਨੇ ਤਾਂ ਉਹ ਕਾਗਜ਼ ਨੂੰ ਜਲਾ ਦਿੰਦੀਆਂ ਨੇ। ਪਹਿਲਾਂ ਉਹਨੇ ਦੇਖਿਆ, ਦੇਖੋ ਕਾਗਜ਼ ਪਿਆ ਸੀਗਾ, ਕਿਰਨਾਂ ਉੱਤੇ ਪੈ ਰਹੀਆਂ ਸੀ ਤਾਂ ਉਹਨੂੰ ਕੁਛ ਨਹੀਂ ਹੋਇਆ ਕਾਗਜ਼ ਨੂੰ। ਬਟ ਜਦੋਂ ਉਹਨੇ ਕੀ ਕੀਤਾ, ਉਹ ਲਿੱਤਾ ਸ਼ੀਸ਼ਾ, ਲਿੱਤਾ ਸ਼ੀਸ਼ੇ ਨਾਲ ਉਹਨੇ ਕੀ ਕੀਤਾ, ਫੋਕਸ ਕਰਤਾ। ਤਾਂ ਇਹ ਤਾਂ ਆਪਾਂ ਆਮ ਵੀ ਕਰਦੇ ਹਾਂ ਸਾਇੰਸ ਦੇ ਵਿੱਚ ਤਜਰਬਾ ਵੀ ਆਪਾਂ ਜੇ ਸੂਰਜ 'ਤੇ ਆਪਾਂ ਸ਼ੀਸ਼ਾ ਰੱਖ ਕੇ ਕਾਗਜ਼ ਨੂੰ ਅੱਗ ਲੱਗ ਥੱਲੇ ਕਾਗਜ਼ ਰੱਖ ਲਓ, ਕਿਉਂਕਿ ਉੱਥੇ ਸੂਰਜ ਦੀਆਂ ਕਿਰਨਾਂ ਕੀ ਹੋ ਜਾਂਦੀਆਂ ਨੇ, ਕੇਂਦਰਿਤ ਹੋ ਜਾਂਦੀਆਂ ਨੇ ਇੱਕ ਥਾਂ, ਤਾਂ ਉਹ ਕਾਗਜ਼ ਨੂੰ ਜਲਾ ਦਿੰਦੀਆਂ ਨੇ। ਇਸੇ ਤਰ੍ਹਾਂ ਜਿਹੜਾ ਸਾਈਕੋਲੋਜੀ ਦੇ ਵਿੱਚ ਪ੍ਰੋਫੈਸਰ ਸੀਗਾ ਉਹਨੇ ਕਿਹਾ ਬੱਚਿਆਂ ਨੂੰ ਵੀ ਬੇਟੇ ਜੇ ਤੁਸੀਂ ਜ਼ਿੰਦਗੀ ਵਿੱਚ ਸਫਲ ਹੋਣਾ ਹੈ ਤਾਂ ਆਪਣੀਆਂ ਜਿਹੜੀਆਂ ਤੁਹਾਡੇ ਵਿੱਚ ਕੁਆਲਿਟੀਜ਼ ਨੇ ਉਹਨੂੰ ਕੀ ਕਰ ਲਓ, ਇਕਾਗਰ ਕਰ ਲਓ, ਤਾਂ ਤੁਸੀਂ ਜ਼ਿੰਦਗੀ ਵਿੱਚ ਸਫਲ ਹੋਵੋਗੇ। ਤੁਸੀਂ ਇਹ ਨਾ ਸੋਚੋ ਕਿ ਤੁਸੀਂ ਜ਼ਿੰਦਗੀ ਵਿੱਚ ਅਸਫਲ ਹੋਵੋਗੇ, ਜੇ ਤੁਸੀਂ ਆਪਣੀਆਂ ਸਾਰੀਆਂ ਸ਼ਕਤੀਆਂ ਨੂੰ ਇਕਾਗਰ ਕਰ ਲਓਗੇ ਤਾਂ ਜਿਵੇਂ ਕਿਰਨਾਂ ਨੇ ਜਿਹੜੀਆਂ ਉਹ ਕਾਗਜ਼ ਨੂੰ ਜਲਾ ਦਿੰਦੀਆਂ ਨੇ, ਇਸ ਤਰ੍ਹਾਂ ਤੁਹਾਡੇ ਵਿੱਚ ਇੰਨੀ ਸ਼ਕਤੀ ਹੈ। ਬੱਚਿਆਂ ਨੂੰ ਸਮਝਾਇਆ ਉਹਨੇ, ਬੱਚਿਆਂ ਵਿੱਚ ਵੀ ਬਹੁਤ ਜ਼ਿਆਦਾ ਸ਼ਕਤੀ ਹੈ ਤਾਂ ਤੁਸੀਂ ਕੁਛ ਵੀ ਕਰ ਸਕਦੇ ਹੋ ਦਿਮਾਗ ਨਾਲ, ਆਪਣੇ ਨਾਲ। ਪਰ ਤੁਹਾਨੂੰ ਕਾਹਦੀ ਲੋੜ ਹੈਗੀ, ਜ਼ਰੂਰਤ ਕਾਹਦੀ ਹੈ ਵੀ ਆਪਦੀਆਂ ਜਿਹੜੇ ਗੁਣ ਨੇ, ਆਪਦੀਆਂ ਜਿਹੜੀਆਂ ਸ਼ਕਤੀਆਂ ਉਹਨਾਂ ਨੂੰ ਪਛਾਣਨ ਦੀ ਅਤੇ ਉਹਨੂੰ ਇੱਕ ਥਾਂ ਫੋਕਸ ਕਰਨ ਦੀ, ਮਿਹਨਤ ਕਰਨ ਦੀ। ਮਿਹਨਤ ਤੋਂ ਨਾ ਭੱਜੋ, ਮਤਲਬ ਉਹਨੇ ਇਸ ਤਰ੍ਹਾਂ ਹੀ ਕਿਹਾ ਵੀ ਫੋਕਸ ਕਰੋ ਆਪਦੀਆਂ ਜਿਹੜੀਆਂ ਜਿੰਨੀਆਂ ਪਾਵਰਸ ਨੇ। ਇਹ ਸਾਈਕੋ ਵਾਲੇ ਪ੍ਰੋਫੈਸਰ ਨੇ ਬੱਚਿਆਂ ਨੂੰ ਸਮਝਾਇਆ ਸੀ ਇਸ ਪਾਰਟ ਦੇ ਵਿੱਚ, ਸੀਕ੍ਰੇਟ ਆਫ ਹੈਪੀਨੈਸ ਦੇ ਵਿੱਚ। ਹੁਣ ਆਪਾਂ 15ਵਾਂ ਚੱਲਦੇ ਹਾਂ। ਹੂ ਡਿਕਲੇਅਰ ਟੂ ਗਿਵ ਸਰਮਨ ਅਗੇਂਸਟ ਫੀਅਰ। ਡਰ ਦੇ ਖਿਲਾਫ ਕਿਹਨੇ ਦਿੱਤਾ ਸੀਗਾ, ਗਿਲਬਰਟਨ ਕੈਸਟਨ ਨੇ। ਅਗਲਾ ਹੈ ਮੋਰਲ ਵੈਲਿਊਜ਼, ਨੈਤਿਕ ਕੀਮਤਾਂ ਆਰ ਨੀਡਡ ਇਨ ਦਾ ਵਰਲਡ ਟੂਡੇ। ਠੀਕ ਹੈ, ਲੋੜ ਹੈ ਅੱਜ ਕੱਲ੍ਹ ਸੰਸਾਰ ਨੂੰ, ਕਾਹਦੀ ਲੋੜ ਹੈ, ਮੋਰਲ ਵੈਲਿਊਜ਼ ਦੀ, ਜਿਹੜੀ ਕਿ ਅੱਜ ਕੱਲ੍ਹ ਆਪਾਂ ਕਹਿੰਦੇ ਹਾਂ ਬੱਚਿਆਂ 'ਚ ਨੈਤਿਕਤਾ ਘਟਦੀ ਜਾ ਰਹੀ ਹੈ। ਪਹਿਲਾਂ ਸੀ ਜਿਹੜਾ ਬੜਾ ਆਦਰ ਕਰਦੇ ਸੀ ਵੱਡਿਆਂ ਦਾ, ਗੁਰੂ ਦਾ, ਕਹਿੰਦੇ ਨਾ ਵੀ ਅੱਜ ਕੱਲ੍ਹ ਗੁਰੂ ਦਾ ਵੱਡਿਆਂ ਦਾ ਸਤਿਕਾਰ ਘਟ ਗਿਆ, ਤਾਂ ਉਹ ਕਾਹਦੇ ਕਰਕੇ, ਮੋਰਲ ਵੈਲਿਊਜ਼ ਕਰਕੇ। ਕਿਉਂਕਿ ਮੋਰਲ ਵੈਲਿਊਜ਼ ਦੀ ਅੱਜ ਕੱਲ੍ਹ ਸਾਡੇ ਬਹੁਤ ਲੋੜ ਹੈ। ਸਾਨੂੰ ਸਾਇੰਸ ਨੇ ਤਾਂ ਬਹੁਤ ਕੁਛ ਦੇਤਾ, ਬਟ ਕਾਹਦੀ ਲੋੜ ਹੈ ਸਾਨੂੰ ਹੁਣ, ਮੋਰਲ ਵੈਲਿਊਜ਼ ਦੀ। ਦ ਅਥਰ ਫਾਊਂਡ ਐਨ ਐਲੀਫੈਂਟ ਵੈਨ ਹੀ ਫਲੰਗ ਓਪਨ ਦਾ ਡੋਰ। ਤਾਂ ਉਹਨੇ ਐਲੀਫੈਂਟ ਲੱਭਿਆ, ਇਹਦੇ ਵਿੱਚ ਨਹੀਂ ਉਹ ਚਿਪਮੰਕ ਦਾ ਨਾਂ ਲੈਂਦਾ ਹੁੰਦਾ ਜਾਨਵਰ ਦਾ, ਵੀ ਜਿਵੇਂ ਆਪਾਂ ਕਹਿ ਦਈਏ ਇੱਕ ਤਰ੍ਹਾਂ ਦੀ ਹੈ ਨਾ, ਉਹ ਸੀ ਚਿਪਮੰਕ ਸੀਗਾ, ਜਾਨਵਰ ਸੀਗਾ ਜਿਹੜਾ ਆਵਾਜ਼ਾਂ ਕਰ ਰਿਹਾ ਸੀ, ਉਹਨੂੰ ਡਰ ਸੀ ਵੀ ਪਤਾ ਨਹੀਂ ਕੀ ਚੀਜ਼ ਹੈ, ਪਰ ਨਿਕਲਿਆ ਜਿਵੇਂ ਆਪਾਂ ਕਹਿ ਦਈਏ ਕੁਛ ਛੋਟਾ ਜਾਨਵਰ ਨਿਕਲਿਆ, ਉਹ ਐਵੇਂ ਡਰੀ ਗਿਆ ਸੀ। ਯਾਨੀ ਕਿ ਜਿਹੜਾ ਰਾਈਟਰ ਦੱਸਦਾ ਵੀ ਸ਼ੁੱਡ ਹੈਵ ਫੇਥ ਇਨ ਗੋਡ, ਵੀ ਸਾਨੂੰ ਰੱਬ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ। ਇਜ਼ ਆਲਵੇਜ਼ ਵਿਦ ਅਸ, ਸਾਡੇ ਨਾਲ ਹੁੰਦਾ ਹਮੇਸ਼ਾ। ਅੱਗੇ ਹੈਗਾ ਡੈਸ਼, ਹਾਂ ਗੋਡ ਆ ਗਿਆ ਇਹਦੇ ਵਿੱਚ। ਅੱਗੇ ਚੱਲਦੇ ਹਾਂ।
19ਵਾਂ ਡੈਸ਼ ਇਨ ਗੋਡ ਗਿਵਸ ਅਸ ਰੀਅਲ ਪੀਸ ਆਫ ਮਾइंड। ਪੀਸ ਆਫ ਮਾइंड ਦਾ ਮਤਲਬ ਕੀ ਹੁੰਦਾ? ਮਨ ਦੀ ਸ਼ਾਂਤੀ। ਪੀਸ ਆਫ ਮਾइंड ਮਤਲਬ ਮਨ ਦੀ ਸ਼ਾਂਤੀ। ਕੀ ਕਾਹਦੇ ਨਾਲ ਆਉਂਦੀ ਸਾਡੇ ਮਨ ਦੀ ਸ਼ਾਂਤੀ? ਜਦੋਂ ਆਪਾਂ ਗੋਡ ਦੇ ਵਿੱਚ ਫੇਥ ਰੱਖਦੇ ਹਾਂ, ਫੇਥ ਮੈਨੇ ਵਿਸ਼ਵਾਸ, ਤਾਂ ਸਾਨੂੰ ਪੀਸ ਆਫ ਮਾइंड ਆਉਂਦੀ ਹੈ, ਮਨ ਦੀ ਸ਼ਾਂਤੀ ਆਉਂਦੀ ਹੈ। ਹੁਣ ਆਪਾਂ ਗਿਫਟ ਫਾਰ ਕ੍ਰਿਸਮਸ ਚੱਲਦੇ ਹਾਂ। ਗਿਫਟ ਫਾਰ ਵਿੱਚ ਡੇਲਾ ਅਤੇ ਜਿਮ ਦੀ ਗੱਲ ਹੁੰਦੀ ਹੈ, ਜਿਹਦੇ ਵਿੱਚ ਦ ਸਿੰਗ ਆਫ ਰਿਚਨੈਸ ਵਰ ਐਵਰੀਵੇਅਰ ਇਨ ਦੇਅਰ ਹਾਊਸ। ਰਿਚਨੈਸ ਇੱਥੇ ਗਲਤੀ ਖਾ ਗਈ, ਇੱਥੇ ਪੂਅਰ ਆਊਗਾ, ਗਰੀਬੀ ਦੇ ਨਿਸ਼ਾਨ ਸੀ ਉਹਨਾਂ ਦੇ ਘਰੇ, ਤਾਂ ਹੀ ਉਹਨਾਂ ਨੇ ਆਪਦੀਆਂ ਇੰਨੀ ਵਧੀਆ ਕੀਮਤੀ ਚੀਜ਼ਾਂ ਵੇਚੀਆਂ, ਤਾਂ ਇੱਥੇ ਫਾਲਸ ਹੈ ਇਹ। ਹੁਣ ਅਗਲਾ ਹੈਗਾ ਵਟ ਡਿਡ ਦਾ ਡੇਲਾ ਬਾਏ ਫਾਰ ਜਿਮ ਐਜ਼ ਏ ਗਿਫਟ ਕ੍ਰਿਸਮਸ। ਕੀ ਖਰੀਦ ਕੇ ਲਿਆਈ? ਵਟ ਡਿਡ ਡੇਲਾ ਬਾਈ, ਬਾਈ ਬਣੇ ਖਰੀਦ ਕੇ ਲਿਆਈ, ਫਾਰ ਜਿਮ ਬਣੇ ਜਿਮ ਲਈ, ਐਜ਼ ਏ ਗਿਫਟ, ਗਿਫਟ ਦੇ ਤੌਰ 'ਤੇ ਕੀ ਖਰੀਦ ਕੇ ਲਿਆਈ ਸੀ? ਦੱਸੋ ਕੀ ਖਰੀਦ ਕੇ ਲਿਆਈ ਸੀ? ਦੱਸੋ ਵੀ। ਅੱਗੇ ਆਪਾਂ ਚੱਲਦੇ ਹਾਂ ਅਤੇ ਆਨਸਰ ਲੱਭਦੇ ਹਾਂ। ਆ ਸੀ, ਹਾਂ ਵੀ ਜੀਨਸ ਪਹਿਲਾ ਹੈ, ਸੈੱਟ ਆਫ ਪੋਮਸ, ਵਾਚ ਕਿ ਵਾਚ ਚੇਨ? ਵਾਚ ਚੇਨ। ਇਹ ਕੌਣ ਲੈ ਕੇ ਆਈ ਸੀ? ਡੇਲਾ ਲੈ ਕੇ ਆਈ ਸੀ ਜਿਮ ਵਾਸਤੇ ਵਾਚ ਚੇਨ। ਅਤੇ ਜਿਮ ਕੀ ਲੈ ਕੇ ਆਇਆ ਸੀ? ਪੁੱਛ ਲੈਂਦਾ ਵੀ ਜਿਮ ਕੀ ਲੈ ਕੇ ਆਇਆ ਸੀ? ਉਹ ਸੈੱਟ ਆਫ ਪੋਮਸ ਲੈ ਕੇ ਆਇਆ ਸੀ, ਕੰਗੀਆਂ ਦਾ ਜੋੜਾ ਲੈ ਕੇ ਆਇਆ ਸੀ। ਪਰ ਉਹਨੇ ਪੁੱਛਿਆ ਇਹ ਵੀ ਡੇਲਾ ਕੀ ਲੈ ਕੇ ਆਈ ਸੀ? ਦ ਪ੍ਰਾਊਡ ਪੋਜੈਸ਼ਨ ਆਫ ਜਿਮ ਵਾਸ, ਜਿਹੜਾ ਪ੍ਰਾਊਡ ਸੀ ਜਿਮ ਦਾ, ਉਹ ਕੀ ਸੀ? ਗੋਲਡ ਵਾਚ ਸੀ। ਹੂ ਡਿਡ ਨਾਟ ਹੈਵ ਐਨਫ ਮਨੀ ਟੂ ਬਾਈ ਕ੍ਰਿਸਮਸ ਪ੍ਰੈਜੈਂਟ। ਕਿਹਦੇ ਕੋਲੇ ਨਹੀਂ ਸੀ ਪੈਸੇ, ਐਨਫ ਮਨੀ ਗਿਫਟ ਖਰੀਦਣ ਵਾਸਤੇ? ਜਿਮ ਕੋਲੇ, ਡੇਲਾ ਕੋਲੇ, ਬੋਥ ਆਫ ਦੈਮ, ਜਾਂ ਦੋਨਾਂ ਕੋਲੇ, ਜਾਂ ਨਨ ਆਫ। ਦੋਨਾਂ ਕੋਲੇ ਨਹੀਂ ਸੀ ਪੈਸੇ, ਨਾ ਜਿਮ ਕੋਲੇ ਨਾ ਡੇਲਾ ਕੋਲੇ, ਇਸ ਕਰਕੇ ਇੱਥੇ ਆਊਗਾ ਬੋਥ ਆਫ ਦੈਮ। ਅੱਗੇ ਹੈਗਾ ਡੇਲਾ ਸੋਲਡ ਹਰ ਹੇਅਰ, ਆਪਦੇ ਜਿਹੜੇ ਹੇਅਰ ਨੇ ਉਹਨੇ ਕਿੰਨੇ 'ਚ ਵੇਚਤੇ? $20। ਕਿੰਨੇ ਡਾਲਰ ਦੇ ਵਿੱਚ? $20। 20 ਦਾ ਤੁਸੀਂ ਸਪੈਲਿੰਗ ਯਾਦ ਕਰ ਲਿਓ, TWE, ਬੜੇ ਸੌਖੇ ਨੇ, TWENTY, 20, 10 ਪਾ ਲਓ ਫਿਰ TY, 20। ਵਟ ਡਿਡ ਜਿਮ, ਆ ਦੇਖੋ ਹੁਣ ਆ ਗਿਆ ਵਟ ਡਿਡ ਜਿਮ, ਜਿਮ ਨੇ ਕੀ ਖਰੀਦਿਆ? ਫਾਰ ਡੇਲਾ, ਡੇਲਾ ਲਈ। ਆ ਦੇਖੋ ਸੈੱਟ ਆਫ ਪੋਮਸ, ਕੰਘੀਆਂ ਦਾ ਜੋੜਾ। ਹੁਣ ਅੱਗੇ ਆਪਾਂ ਚੱਲਦੇ ਹਾਂ, ਆਪਣਾ ਸ਼ਾਇਦ ਇਹ ਤੱਕ ਹੀ ਲੈਸਨ ਸੀ, ਆਪਾਂ ਇੰਨਾ ਕੀ ਕਰਦੇ ਹਾਂ। ਤਾਂ ਤੁਸੀਂ ਇਹ ਜਿਹੜੇ ਬੇਟੇ ਕਰ ਲਿਓ ਕੁਐਸਚਨ, ਚੰਗੀ ਤਰ੍ਹਾਂ ਕਰਿਓ।